ਦੇ ਜੀਆਂ ਰਿਜ਼ਕ ਸੰਭਾਏ ਸਾਈ ਕਾਰ ਕਮਾਵਣੀ ਤੁਰ ਚੌਂਡੀ ਤਿੰਨ ਪਾਏ ਨਾਨਕ ਕੀ ਬਾਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਸਰ ਰਜਾਏ 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 ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜ਼ਕ ਸੰਭਾਏ ਸਾਈ ਕਾਰ ਕਮਾਵਣੀ ਤੁਰ ਚੌਂਡੀ ਤੇ ਨੈ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸੈ ਰਜਾਏ ਸੋ ਕਰੇ ਜਿਤ ਸੈ ਰਜਾਏ। ਸ਼ੁੱਧ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸ਼ਬਦ ਗੁਰਬਾਣੀ ਨਾਲ ਜੁੜ ਕਰਕੇ ਸਤ ਸੰਗਤ ਦੇ ਲਾਹੇ ਬਖਸ਼ੇ। ਗਰੀਬ ਨਵਾਜ਼ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀ ਲੜੀਵਾਰ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸੌਰ ਗੁਰਬਾਣੀ ਕਹੈ ਸੇਵਕ ਜਨ ਮਾਮੈ ਪਰ ਤਖ ਗੁਰੂ ਨਿਸਤਾਰ। ਸ਼ਲੋਕ ਮਹਲਾ ਤੀਜਾ। ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ ਜਾਮਦਾਰ ਬੱਧੇ ਮਾਰੀਐ ਫਿਰ ਵਿਸ਼ਟਾ ਮਾਹੇ ਪਚਾਹੇ। ਨਾਨਕ ਨਾਮ ਨ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ ਜਾਮਦਾਰ ਬੱਧੇ ਮਾਰੀਐ ਫਿਰ ਵਿਸ਼ਟਾ ਮਾਹੇ ਪਚਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ।
ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਉਪਰੰਤ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਜੋ ਕਿ ਹਰ ਰੋਜ਼ ਆਪਾਂ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਡਭਾਗਾ ਸਮਾਂ ਬਖਸ਼ਿਆ ਹੈ। ਇਹ ਪਾਵਨ ਸ਼ਬਦ ਸੋਰਠ ਦੀ ਵਾਰ ਦਾ 15ਵਾਂ ਸ਼ਬਦ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 648 'ਤੇ ਸ਼ਸ਼ੋਭਤ ਹੈ। 2 ਸ਼ਲੋਕ ਨੇ ਅਤੇ 1 ਪੌੜੀ ਹੈ। ਦੋਨੋਂ ਹੀ ਸ਼ਲੋਕ ਧੰਨ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਨੇ, ਗੁਰੂ ਅਮਰਦਾਸ ਜੀ ਦੇ, ਅਤੇ ਪੌੜੀ ਗੁਰੂ ਰਾਮਦਾਸ ਜੀ ਦੀ, ਸ਼ਲੋਕ ਗੁਰੂ ਅਮਰਦਾਸ ਸਾਹਿਬ ਜੀ ਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਬਚਨ ਕਰਦੇ ਨੇ, ਸੋ ਆਓ ਆਪਾਂ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਸ਼ਲੋਕ ਮਹੱਲਾ ਤੀਜਾ। ਨਾਨਕ ਨਾਮ ਨ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਨਾਨਕ ਤੋਂ ਭਾਵ ਹੈ ਕਿ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਕਿਉਂਕਿ ਨਾਨਕ ਸ਼ਬਦ ਤਾਂ ਗੁਰੂ ਵਾਸਤੇ ਹੀ ਹੈ। ਸਤਿਗੁਰੂ ਜੀ ਕਹਿ ਰਹੇ ਨੇ, ਭਾਈ ਸੁਣੋ, ਨਾਨਕ ਨੇ ਤਾਂ ਉਪਦੇਸ਼ ਦੇਣਾ ਨਾ। ਅਸੀਂ ਨਾਨਕ ਦੇ ਸਿੱਖ ਹਾਂ। 10 ਜਾਮੇ ਧਾਰਨ ਕੀਤੇ ਨੇ ਬਾਬੇ ਨਾਨਕ ਨੇ, ਸਰੀਰ ਕਰਕੇ ਉਪਦੇਸ਼ ਦਿੱਤਾ ਹੈ, ਪਰ ਉਦੋਂ ਵੀ ਗੁਰਬਾਣੀ ਦੇ ਵਿੱਚੋਂ ਹੀ ਉਪਦੇਸ਼ ਦਿੰਦੇ ਸੀ। ਸੁਣ ਉਹੀ ਬਾਣੀ ਸਤਿਗੁਰੂ ਜੀ ਬੋਲਦੇ ਨੇ, ਭਾਵਨਾ ਜੀ ਹੋ ਜਾਵੇ ਅਤੇ ਉਹੀ ਸਰੂਪ ਸਨਮੁਖ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਨੂੰ ਨਾਮ ਚੇਤੇ ਕਰਨ ਵਾਸਤੇ ਕਿਹਾ, ਤੁਸੀਂ ਨਾਮ ਨਹੀਂ ਚੇਤੇ ਕਰਦੇ। ਅਤੇ ਸਤਿਗੁਰਾਂ ਨੇ ਉਹਨੂੰ ਅਗਿਆਨੀ ਕਹਿ ਦਿੱਤਾ, ਜਿਹੜੇ ਨਾਮ ਨੂੰ ਚੇਤੇ ਨਹੀਂ ਕਰਦੇ। ਉਹਦਾ ਕਾਰਨ ਵੀ ਦੱਸ ਦਿੱਤਾ ਮਹਾਰਾਜ ਨੇ। ਜੇ ਹੁਣ ਸਾਨੂੰ ਨਾਮ ਚਿੱਤ ਵਿੱਚ ਨਹੀਂ ਆਉਂਦਾ, ਉਹਦਾ ਕਾਰਨ ਦੱਸਿਆ ਮਹਾਰਾਜ ਨੇ, ਕਹਿੰਦੇ ਅਵਰੇ ਕਰਮ ਕਮਾਹੇ। ਇਹ ਕਾਰਨ ਹੈ ਵੀ ਅਸੀਂ ਹੋਰ ਕੰਮਾਂ ਦੇ ਵਿੱਚ ਫਸ ਗਏ। ਇਹੋ ਹੀ ਕਾਰਨ ਦੱਸਿਆ ਮਹਾਰਾਜ ਨੇ। ਤਾਂ ਅਗਿਆਨੀ ਤਾਂ ਕਹਿ ਦਿੱਤਾ ਵੀ ਤੁਹਾਨੂੰ ਇਹ ਸਮਝ ਨਹੀਂ ਪੈਂਦੀ ਇਸ ਗੱਲ ਦੀ। ਅਸੀਂ ਇਹਨਾਂ ਨੂੰ ਆਪਣਾ ਸਮਝ ਲਿਆ, ਇਹ ਹੈਗਾ ਅਵਰਾ ਕਰਮ ਹੈ। ਹੁਣ ਆਪਾਂ ਸੰਸਾਰ 'ਚ ਵਿਚਰਦੇ ਹਾਂ, ਸਾਨੂੰ ਆਪਣੇ ਕੁਟੁੰਬ ਦਾ ਪਤਾ ਹੈ, ਪਰਿਵਾਰ ਦਾ ਪਤਾ ਹੈ ਵੀ ਇਹ ਸਾਡਾ ਪਰਿਵਾਰ ਹੈ, ਪਤਾ ਹੈ। ਆਹ ਸਾਡੇ ਘਰ ਦੀ ਵਸਤੂ ਹੈ, ਪਤਾ ਹੈ। ਆਹ ਮੇਰੀ ਮਾਇਆ, ਪਤਾ ਹੈ, ਸਭ ਪਤਾ ਹੈ। ਹੁਣ ਜੇ ਨਾ ਪਤਾ ਹੋਵੇ ਅਤੇ ਫਿਰ ਜਿਹੜੇ ਆਂਢ ਗੁਆਂਢ ਸਮਾਜ ਵਾਲੇ ਰਿਸ਼ਤੇਦਾਰ ਸਾਕ ਸੰਬੰਧੀ, ਉਹਨੇ ਇਹੀ ਕਹਿਣਾ ਇਹਦੀ ਬੁੱਧ ਹੈ ਨਹੀਂ, ਇਹਨੂੰ ਪਤਾ ਨਹੀਂ ਹੈ, ਅਕਲ ਦਾ ਕੱਚਾ ਹੈ ਕਹਿਣਾ ਜੀ, ਇਹਨੂੰ ਪਤਾ ਹੀ ਨਹੀਂ ਇਸ ਗੱਲ ਦਾ। ਹੁਣ ਗੁਰੂ ਜੀ ਇਹ ਗੱਲ ਕਹਿ ਰਹੇ ਨੇ, ਕਹਿੰਦੇ ਵੀ ਅਵਰੇ ਕਰਮ ਕਮਾਏ 'ਚ ਫਸ ਗਿਆ। ਮਹਾਰਾਜ ਜੀ ਕਿਰਤ ਕਰਨ ਤੋਂ ਰੋਕਦੇ ਨਹੀਂ ਹੈ ਸੱਚੇ ਪਾਤਸ਼ਾਹ, ਕਿਰਤ ਕਰਨ ਨੂੰ ਤਾਂ ਪਹਿਲ ਦਿੰਦੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪ੍ਰਿੰਸੀਪਲਸ ਮਹਾਰਾਜ ਦੇ ਇਹ ਸਿਧਾਂਤ ਹੁੰਦੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ। ਪਰ ਉਹ 'ਚ ਫਸਦੇ ਕਿਉਂ ਹੈ? ਆਪਾਂ ਰਾਹ 'ਤੇ ਚੱਲਦੇ ਹਾਂ, ਉਹ ਰਾਸਤਾ ਤਾਂ ਸਾਡੀ ਮੰਜ਼ਿਲ ਤੀਕਰ ਲੈ ਕੇ ਜਾਂਦਾ, ਸਾਨੂੰ ਇੱਕ ਸਾਧਨ ਹੈ। ਅਤੇ ਰਾਸਤੇ ਨੂੰ ਫੜ ਕੇ ਥੋੜ੍ਹੀ ਬਹਿ ਜਾਂਦਾ ਕੋਈ ਰਾਸਤੇ ਨੂੰ ਫੜ ਕੇ ਨਹੀਂ ਬਹਿੰਦਾ। ਦਰਿਆ ਨੂੰ ਪਾਰ ਕਰਦੇ ਹਾਂ, ਕੋਈ ਕੰਢੇ ਨੂੰ ਫੜ ਕੇ ਨਹੀਂ ਬਹਿੰਦਾ। ਪਾਰ ਕਰਨਾ ਸੀ ਕਰ ਲਿਆ, ਮੰਜ਼ਿਲ ਤਾਂ ਗਾਂਹ ਆ, ਦਰਿਆ ਦਾ ਕੰਢਾ ਤਾਂ ਕੋਈ ਮੰਜ਼ਿਲ ਨਹੀਂ ਹੈ। ਜੇ ਦਰਿਆ ਪਾਰ ਕੀਤਾ ਤਾਂ ਕੰਢਾ ਵੀ ਤਾਂ ਛੱਡਣਾ ਹੀ ਪੈਂਦਾ, ਉਹ ਮੰਜ਼ਿਲ ਨਹੀਂ ਹੈ। ਸੋ ਜੇ ਕੋਈ ਕੰਢੇ ਨੂੰ ਫੜ ਕੇ ਬਹਿੰਦਾ ਉਹ ਅਗਿਆਨੀ ਹੈ। ਜੇ ਕੋਈ ਰਾਹ ਨੂੰ ਫੜ ਕੇ ਬਹਿੰਦਾ ਉੱਥੇ ਬਹਿ ਜਾਂਦਾ ਵੀ ਛੱਡਣਾ ਪੈ ਰਿਹਾ ਮੈਨੂੰ, ਅਗਿਆਨੀ ਹੈ। ਰਾਸਤਾ ਕੋਈ ਮੰਜ਼ਿਲ ਨਹੀਂ ਹੈ, ਉਹਦੇ ਚੱਲਣਾ ਹੁੰਦਾ ਹੈ।
ਜਿਹੜੇ ਅਸੀਂ ਕਰਮ ਕਰਦੇ ਹਾਂ ਸੰਸਾਰ ਦੇ ਵਿੱਚ, ਇਹ ਸਾਡਾ ਰਾਸਤਾ ਹੀ ਹੈ, ਕਿਉਂਕਿ ਇਹ 'ਚ ਰੋਜ਼ੀ ਰੋਟੀ ਹੈ ਸਾਡੀ। ਇਹ ਕਰਮ ਕਰਦੇ, ਦਸਾਂ ਨਹੁੰ ਦੀ ਕਿਰਤ ਕਰਦੇ, ਇਹ 'ਚ ਫਸਣਾ ਅਗਿਆਨਤਾ ਹੀ ਹੈ। ਇਹਨੂੰ ਫੜ ਲਿਆ ਨਾ ਜਦੋਂ, ਤੇ ਉਦੋਂ ਅਗਿਆਨ। ਤੇ ਮਹਾਰਾਜ ਕਹਿੰਦੇ ਇਹ ਅਗਿਆਨੀ ਵਾਲਾ ਕੰਮ ਕਰਦਾ ਨੇ। ਕਹਿੰਦੇ ਇਹਦੇ ਨਾਲ ਹੋਵੇਗਾ ਕੀ? ਕਹਿੰਦੇ ਨਾਮ ਨਹੀਂ ਵਸਣਾ। ਸੋ ਜਿਸ ਕੰਮ ਲਈ ਆਏ ਹੈ ਉਹ ਰਹਿ ਜਾਣਾ, ਅਧੂਰਾ ਰਹਿ ਜਾਣਾ। ਸੋ ਇਸ ਕਰਕੇ ਇਹ 'ਚ ਫਸਣਾ। ਸੋ ਇਹਦੇ ਉੱਤੇ ਚੱਲ, ਇਹ ਤੈਨੂੰ ਮਾਰਗ ਦਿੱਤਾ ਹੋਇਆ, ਉਹਦੇ ਇਹ ਮਾਰਗ ਹੀ ਹੈ। ਜਦੋਂ ਮਹਾਰਾਜ ਕਹਿੰਦੇ ਹੱਸਣਦਿਆਂ, ਖਲੰਦਿਆਂ, ਪਹਿਨੰਦਿਆਂ, ਖਵੰਦਿਆਂ, ਜੇ ਕੰਮ ਹੀ ਨਹੀਂ ਕਰੂਗਾ ਤਾਂ ਕਿੱਥੋਂ ਖਾਵੇਗਾ, ਕਿੱਥੋਂ ਪੀਵੇਗਾ, ਕਿੱਥੋਂ ਹੱਸੇਗਾ, ਖੇਡੇਗਾ? ਜੇ ਕੰਮ ਹੀ ਨਹੀਂ ਕਰੇਗਾ, ਮਹਾਰਾਜ ਕਹਿੰਦੇ ਵਿੱਚੇ ਹੋਵੇ ਮੁਕਤ। ਇਹਦਾ ਮਤਲਬ ਕਿਰਤ ਦੇ ਵਿੱਚ ਮੁਕਤ ਹੈ। ਕੰਮ ਕਾਰ ਕਰਦਿਆਂ ਹੀ ਮੋਕਸ਼ ਹੈ। ਉਹ ਜਿਹੜੀ ਮੋਕਸ਼ ਹੈ ਉਹ ਕਿਰਤ ਨੇ ਨਹੀਂ ਦੇਣੀ, ਧੰਦੇ ਨੇ ਨਹੀਂ ਦੇਣੀ। ਧੰਦਾ ਤਾਂ ਰੋਟੀ ਦਿੰਦਾ ਹੈ। ਜੋ ਮੋਕਸ਼ ਹੈ ਉਹ ਨਾਮ ਨੇ ਦੇਣੀ ਹੈ। ਮੋਕਸ਼ ਨਾਮ ਨੇ ਸਾਨੂੰ ਬਖਸ਼ਿਸ਼ ਕਰਨੀ। ਬਾਣੀ ਪੜ੍ਹਨੀ, ਨਾਮ ਜਪਣਾ। ਫਸ ਗਏ, ਬਾਣੀ ਨਹੀਂ ਪੜ੍ਹ ਸਕੇਗਾ, ਨਾਮ ਨਹੀਂ ਜਪ ਸਕੇਗਾ। ਉੱਥੇ ਮਹਾਰਾਜ ਨੇ ਮੋਹਰ ਲਾ 'ਤੇ ਕਹਿੰਦੇ ਅਗਿਆਨੀ। ਇਕੱਲਾ ਗਿਆਨੀ ਨਹੀਂ ਕਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਨਾਮ ਨਹੀਂ ਜਪਦਾ, ਹੋਰ ਕੰਮਾਂ 'ਚ ਫਸ ਗਿਆ। ਅਗਿਆਨੀ ਵੀ ਹੈ ਅਤੇ ਅੰਨਾ ਵੀ ਹੈ। ਅੰਧਲੇ ਅੰਨਾ ਵੀ ਹੈ। ਕਹਿੰਦੇ ਦਿਸਦਾ ਨਹੀਂ ਹੈ ਤੈਨੂੰ। ਕਹਿੰਦੇ ਪਰ ਹੁਣ ਜੇ ਸੁਜਾਖਾ ਹੋਵੇ, ਅਗਿਆਨੀ ਹੋਵੇ, ਤਾਂ ਉਹਨੂੰ ਦੱਸਿਆ ਜਾ ਸਕਦਾ, ਉਹਦਾ ਅਗਿਆਨ ਦੂਰ ਕੀਤਾ ਜਾ ਸਕਦਾ। ਹੁਣ ਅਗਿਆਨੀ ਵੀ ਹੈ, ਅੰਨਾ ਵੀ ਹੈ, ਦੱਸਣ ਨਾਲ ਤਾਂ ਗਿਆਨ ਆਉਣਾ ਨਹੀਂ ਵੀ ਉਹਨੂੰ ਵੀ ਕੀ ਕਰਨਾ ਪੈਂਦਾ ਹੈ? ਉਹਦੀ ਬਾਂਹ ਫੜ ਕੇ ਉਸਨੂੰ ਰਾਹ 'ਤੇ ਪਾਉਣਾ ਪੈਂਦਾ ਹੈ। ਉੱਦਾਂ ਨਹੀਂ ਉਹਨੂੰ ਪਤਾ ਲੱਗਣਾ। ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਏ ਲਿਹੋ ਓੜ ਨਿਭਾਵੈ। ਅਤੇ ਗੁਰੂ ਸੱਚੇ ਪਾਤਸ਼ਾਹ ਜੀ ਅੱਜ ਬਾਂਹ ਫੜਨੇ ਵਾਲੇ, ਉਹ ਫਿਰ ਸਾਨੂੰ ਸਾਡੇ ਮਾਰਗ 'ਤੇ ਪਾਉਂਦੇ ਨੇ। ਮਹਾਰਾਜ ਕਹਿੰਦੇ ਨੇ ਇਹਦਾ ਸਿੱਟਾ ਕੀ ਨਿਕਲਦਾ, ਉਹਦਾ ਰਿਜ਼ਲਟ ਦੱਸਿਆ ਅਗਲੀ ਪੰਕਤੀ ਦੇ ਵਿੱਚ। ਜਾਮਦਾਰ ਬੱਦੇ ਮਾਰੀਐ, ਫਿਰ ਵਿਸ਼ਟਾ ਮਾਹੇ ਪਚਾਹੇ। ਜਦੋਂ ਆਖਰਕਾਰ ਸੋ ਇੱਥੋਂ ਮਰ ਮੁੱਕ ਕੇ ਦਰਗਾਹ ਨੂੰ ਜਾਂਦਾ ਹੈ, ਜੰਮ ਬੰਨ੍ਹ ਲੈਂਦੇ ਨੇ। ਜਾਮਦਾਰ, ਸੋ ਜਾਮਦਾਰ ਜਮਾਂ ਦਾ ਜਿਹੜਾ ਦਰ, ਇਹਦੇ ਦਰ 'ਤੇ ਪਹਿਲਾਂ ਕਿੰਨਾ ਚਿਰ ਵੱਜੇ ਰਹਿੰਦੇ ਨੇ। ਫਿਰ ਵਾਰੀ ਆਉਂਦੀ ਹੈ। ਜਦੋਂ ਵਾਰੀ ਆਉਂਦੀ ਹੈ, ਜਿੱਦਾਂ ਦੋਸ਼ੀ ਨੂੰ ਜਦੋਂ ਕੋਰਟ ਵਿੱਚ ਪੇਸ਼ ਕਰਦੇ ਹੈ, ਬੰਨ੍ਹਿਆ ਹੋਇਆ ਹੁੰਦਾ, ਕੜੀਆਂ ਲੱਗੀਆਂ ਹੁੰਦੀਆਂ, ਅਤੇ ਫਿਰ ਉਹਨੂੰ ਫੈਸਲਾ ਸੁਣਾਇਆ ਜਾਂਦਾ। ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਹੁੰਦੀ ਹੈ। ਜਮਾਂ ਨੇ ਦਰ 'ਤੇ ਬੰਨ੍ਹਿਆ ਹੋਇਆ ਹੁੰਦਾ ਜਦੋਂ ਲੈ ਕੇ ਜਾਂਦੇ ਆ। ਅਤੇ ਜਿਹਨੂੰ ਕਰਮ ਹੀ ਸਾਰੇ ਮਾੜੇ ਆ ਤੇ ਬੱਧੇ ਮਾਰੀ ਆ, ਉਹਦੀ ਸਜ਼ਾ ਮਿਲ ਗਈ ਉਸਨੂੰ। ਹੁਣ ਜਮ ਬਹੁ ਬਚਨ ਹੈ। ਜਮ, ਸੋ ਜਮ ਤੋਂ ਭਾਵ ਹੋ ਗਿਆ ਜਿੰਨਾ ਚਿਰ ਤਾਂ ਇਹ ਇੱਥੇ ਹੈ ਇਸ ਲੋਕ ਦੇ ਵਿੱਚ, ਜੇ ਧੰਦਿਆਂ 'ਚ ਫਸਿਆ ਹੋਇਆ, ਰੱਬ ਨੂੰ ਚੇਤੇ ਨਹੀਂ ਕਰਦਾ, ਇਹ 5 ਜਮਦੂਤ ਇਹਨੂੰ ਬੰਨ੍ਹ ਲੈਂਦੇ ਨੇ। ਸੇ 5 ਹੀ ਜਮਦੂਤਾਂ ਦਾ ਬੱਝਿਆ ਹੋਇਆ ਇਹ ਇਕੱਲੇ ਦੂਤ ਤੋਂ ਮਾਰ ਖਾਂਦਾ ਹੈ। ਕਦੀ ਲੋਭ ਤੋਂ, ਕਦੀ ਹੰਕਾਰ ਤੋਂ, ਕਦੀ ਕਾਮ ਤੋਂ। ਸੋ ਇਹ 5 ਦੂਤ ਇਸ ਨੂੰ ਮਾਰਦੇ ਨੇ, ਕੁੱਟਦੇ ਨੇ। ਇਹਨਾਂ ਤੋਂ ਨਿਕਲਦਾ ਨਹੀਂ ਹੈ, ਨਿਕਲਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਜੇ ਆਪਣੇ ਲੈਵਲ 'ਤੇ ਯਤਨ ਕਰਦਾ ਉਹ ਹੋਰ ਫਸਦਾ। ਇਹ ਤਾਂ ਗੁਰੂ ਸ਼ਬਦ ਦਾ ਸਹਾਰਾ ਲੈ ਕੇ ਯਤਨ ਕਰੇ ਤਾਂ ਰਾਹ ਨਿਕਲ ਆਉਂਦਾ। ਹਨੇਰੇ ਵਿੱਚ ਅਸੀਂ ਰਾਸਤਾ ਭਟਕ ਗਏ, ਇਹ ਤਾਂ ਮੋਹਰੇ ਦੀਵਾ ਲੈ ਕੇ ਚੱਲਾਂਗੇ ਤਾਂ ਰਾਸਤਾ ਲੱਭੇ ਹੀ ਜਾਊ। ਜੇ ਦੀਵਾ ਵੀ ਕੋਲ ਨਹੀਂ, ਲਾਈਟ ਵੀ ਕੋਈ ਨਹੀਂ, ਹਨੇਰਾ ਹੈ, ਅਸੀਂ ਹੋਰ ਵੀ ਭਿਆਨਕ ਮਾੜੇ ਰਾਹ 'ਤੇ ਪੈ ਸਕਦੇ ਹਾਂ। ਗੁਰਬਾਣੀ ਦੀਵਾ ਹੈ, ਚਾਨਣ ਹੈ। ਸੋ ਇਹਦੀ ਲਾਈਟ ਦੇ ਨਾਲ ਆਪਾਂ ਨਿਕਲਾਂਗੇ ਅਤੇ ਜ਼ਰੂਰ ਮਾਰਗ 'ਤੇ ਪਾਵਾਂਗੇ। ਭਾਵ ਇਸ ਦੀ ਵਿਚਾਰ, ਸਾਡੀ ਜੋ ਜ਼ਿੰਦਗੀ ਦਾ ਰਾਸਤਾ ਹੈ, ਸਾਨੂੰ ਪਤਾ ਨਹੀਂ ਕੱਲ੍ਹ ਸਾਡਾ ਕਿਹੋ ਜਿਹਾ ਹੋਵੇ।
ਆਉਣ ਵਾਲਾ ਸਮਾਂ ਨਹੀਂ ਦਿਸ ਰਿਹਾ, ਮਤਲਬ ਅਗਲਾ ਮਾਰਗ ਨਹੀਂ ਦਿਸਦਾ ਪਿਆ। ਅੱਗੇ ਹਨੇਰਾ ਹੈ, ਕਿਹਨੂੰ ਮਿਲਣਾ, ਕੀ ਲੈਣਾ, ਕੀ ਦੇਣਾ, ਕੀ ਕਿਸੇ ਕੋਲ ਸੁਣਨਾ, ਕੀ ਕਿਸੇ ਨੂੰ ਬੋਲਣਾ, ਪਤਾ ਨਹੀਂ, ਪਤਾ ਕਿਸੇ ਨੂੰ ਵੀ ਨਹੀਂ ਪਤਾ। ਹਨੇਰਾ ਹੈ। ਅਗਰ ਗੁਰਬਾਣੀ ਕੋਲ ਹੈ ਤਾਂ ਉਹ ਸਾਨੂੰ ਰੌਸ਼ਨੀ ਦਿੰਦੀ ਹੈ। ਇਹਨੂੰ ਸੁਣਨ ਦਾ ਵੀ ਪਤਾ, ਇਹਨੂੰ ਬੋਲਣ ਦਾ ਵੀ ਪਤਾ ਹੈ, ਇਹਨੂੰ ਜਾਣ ਦਾ ਵੀ ਪਤਾ, ਇਹਨੂੰ ਰੁਕਣ ਦਾ ਵੀ ਪਤਾ। ਉਹ ਗੁਰਬਾਣੀ ਇਹਨੂੰ ਇਹਦੇ ਜੋਗੀ ਰੌਸ਼ਨੀ ਦਿੰਦੀ ਹੈ। ਜਦੋਂ ਇਹ ਗਿਆਨ ਪ੍ਰਚੰਡ ਹੁੰਦਾ ਹੈ, ਇਹ ਦੂਸਰਿਆਂ ਵਾਸਤੇ ਵੀ ਰੌਸ਼ਨੀ ਬਣ ਜਾਂਦਾ। ਇਹਦਾ ਜੀਵਨ ਹੀ ਰੌਸ਼ਨੀ ਬਣ ਜਾਂਦਾ ਦੂਸਰਿਆਂ ਵਾਸਤੇ, ਕਿਉਂਕਿ ਗਿਆਨ ਪ੍ਰਚੰਡ ਹੋ ਗਿਆ। ਗਿਆਨ ਹੀ ਬਣਨ ਲੱਗ ਪਿਆ। ਹੁਣ ਜਦੋਂ ਤੇਲ ਬਲਦਾ ਨਾ, ਉਹਦਾ ਚਾਨਣ ਹੋਰ ਹੈ। ਜੋ ਤੇਲ ਵਿੱਚ ਬੱਤੀ ਬਲਦੀ ਆ, ਉਹਦਾ ਚਾਨਣ ਹੋਰ ਹੈ। ਬੜਾ ਫਰਕ ਹੈ ਇਸ ਚਾਨਣ ਦਾ। ਸੋ ਜਦੋਂ ਗਿਆਨ ਹੀ ਬਲ ਪੈਂਦਾ, ਉਹ ਗਿਆਨ ਪ੍ਰਚੰਡ ਹੁੰਦਾ, ਉਹ ਗਿਆਨ ਪ੍ਰਚੰਡ ਹੁੰਦਾ। ਫਿਰ ਜਿਹਦਾ ਹੁਣ ਗਿਆਨ ਬਲ ਪਿਆ, ਪ੍ਰਚੰਡ ਗਿਆਨ ਹੋ ਗਿਆ, ਆਪ ਤਾਂ ਰੌਸ਼ਨ ਹੈ ਹੀ ਹੈ, ਉਹ ਦੂਸਰਿਆਂ ਵਾਸਤੇ ਵੀ ਰੌਸ਼ਨੀ ਬਣ ਜਾਂਦਾ। ਉਸ ਦਾ ਜਿਹੜਾ ਜੀਵਨ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਕਹਿੰਦੇ ਫਿਰ ਨਹੀਂ ਤਾਂ ਫਿਰ ਇੱਥੇ ਵਿਕਾਰ ਮਾਰਦੇ ਨੇ, ਦਰਗਾਹ ਦੇ ਵਿੱਚ ਫਿਰ ਉਹ ਜਮਦੂਤ ਜਿਹੜੇ ਧਰਮ ਰਾਜੇ ਦੇ, ਉਹ ਪਕੜ ਕੇ ਲੈ ਕੇ ਜਾਂਦੇ ਨੇ। ਪਹਿਲੋਂ ਕੁੱਟ ਪੈਂਦੀ ਹੈ, ਫੈਸਲਾ ਹੋ ਗਿਆ, ਦਿਓ ਇਹਨੂੰ 84 ਲੱਖ ਜੋਨ 'ਚ ਪਾ ਦਿਓ। 84 ਲੱਖ ਜੋਨ ਵਿੱਚ ਕੀ ਹੈ? ਜਿੱਥੇ ਦੀ ਬਣਤਰ ਬਣਨੀ ਹੈ ਉੱਥੇ ਵਿਸ਼ਟਾ ਹੀ ਹੈ। ਵਿਸ਼ਟਾ ਮਾਹੇ ਪਚਾਹੇ, ਜਾਂ ਗੰਦਗੀ ਦਾ ਕੀੜਾ ਬਣ ਜਾਊਗਾ। ਫਿਰ ਜੇ ਜ਼ਿਆਦਾ ਕਰਮ ਮਾੜੇ ਨੇ, ਫਿਰ ਗੰਦਗੀ ਦੇ ਕੀੜੇ ਹੈਗੇ ਆ, ਗੰਦਗੀ 'ਚ ਹੀ ਜੰਮਦੇ ਨੇ, ਗੰਦਗੀ 'ਚ ਹੀ ਜੀਵਨ ਜਿਉਂਦੇ ਨੇ, ਗੰਦਗੀ ਹੀ ਉਹਨਾਂ ਦੀ ਖੁਰਾਕ ਹੈ ਅਤੇ ਗੰਦਗੀ ਵਿੱਚ ਹੀ ਉਹ ਮਰ ਜਾਂਦੇ ਨੇ। ਕੋਈ ਇਨਸਾਨ ਹੋ ਕਰਕੇ ਅਤੇ ਜੇ ਭਾਈ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਜ਼ਿੰਦਗੀ ਜੀਂਦਾ, ਵਿਸ਼ੇ ਵਿਕਾਰ ਭੋਗਦਾ 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 ਮਰ ਜਾਂਦਾ, ਉਹ ਵਿਸ਼ਟਾ ਦਾ ਕੀੜਾ ਹੀ ਹੁੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਿਆਨ ਅਤੇ ਅਗਿਆਨ ਨੂੰ ਬਹੁਤ ਮਹਾਰਾਜ ਜੀ ਇੱਥੇ ਜ਼ੋਰ ਦੇ ਰਹੇ ਨੇ। ਭਾਈ ਆਪਣੇ ਜੀਵਨ ਵਿੱਚ ਗਿਆਨ ਦਾ ਚਾਨਣ ਲੈ ਕੇ ਆਓ। ਬਾਣੀ ਤੋਂ ਬਿਨਾਂ ਸੁਗਿਆਨ ਦਾ ਚਾਨਣ ਨਹੀਂ ਹੋਵੇਗਾ। ਮਹਲਾ ਤੀਜਾ। ਨਾਨਕ ਸਤਿਗੁਰ ਸੇਵਹਿ ਆਪਣਾ, ਸੇ ਜਨ ਸੱਚੇ ਪਰਵਾਣ। ਆਪ ਸਤਿਗੁਰੂ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਕਿਉਂਕਿ ਮਹਾਰਾਜ ਨੇ ਆਪ ਸੇਵਾ ਬਹੁਤ ਕੀਤੀ, ਗੁਰੂ ਅਮਰਦਾਸ ਜੀ ਨੇ। ਇਸ ਕਰਕੇ ਉਹਨਾਂ ਨੇ ਸੇਵਾ ਦੇ ਪ੍ਰਥਾਏ ਬਹੁਤ ਬਚਨ ਕੀਤੇ ਹੋਏ ਨੇ, ਕਿ ਸੇਵਾ 'ਚੋਂ ਸਭ ਕੁਝ ਮਿਲਿਆ, ਸਾਰਾ ਕੁਝ ਸੇਵਾ 'ਚੋਂ ਪ੍ਰਾਪਤ ਕੀਤਾ ਉਹਨਾਂ ਨੇ। ਇਸ ਕਰਕੇ ਕਹਿੰਦੇ ਜਿਹੜੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਨੇ, ਸੇ ਜਨ, ਉਹ ਸੇਵਾਦਾਰ ਸੱਚੇ ਹੁੰਦੇ ਨੇ ਤਾਂ ਦਰਗਾਹ 'ਚ ਪ੍ਰਵਾਨ ਹੁੰਦੇ ਨੇ। ਕਹਿਣ ਦੇ ਨਾਲ ਕੋਈ ਜਨ ਨਹੀਂ ਬਣ ਜਾਂਦਾ, ਕਰਨ ਦੇ ਨਾਲ ਹੈ। ਜਨ ਸੇਵਾਦਾਰ ਨੂੰ ਕਿਹਾ ਜਾਂਦਾ ਹੈ। ਵੀ ਜੇ ਜਨ ਸਤਿਗੁਰੂ ਦੀ ਸੇਵਾ ਕਰਦਾ ਫਿਰ ਜਨ ਹੈ। ਇੱਥੇ ਸੇਵਾ ਕਰਦਾ ਜਨ ਦਰਗਾਹ ਵਿੱਚ ਫਿਰ ਪ੍ਰਵਾਨ ਹੁੰਦਾ। ਕਹਿੰਦੇ ਹਰਿ ਕੈ ਨਾਏ ਸਮਾਏ ਰਹੇ, ਚੂਕਾ ਆਵਣ ਜਾਣ। ਨਾਮ ਇੰਨਾ ਜਪਣਾ ਕਿ ਨਾਮ ਦੇ ਵਿੱਚ ਹੀ ਇਕਮਿਕ ਹੋ ਜਾਣਾ। ਇੰਝ ਬਾਣੀ ਪੜ੍ਹਨੀ, ਇਸ ਤਰੀਕੇ ਨਾਲ ਬਾਣੀ ਪੜ੍ਹਨੀ, ਇੰਨੀ ਬਾਣੀ ਪੜ੍ਹਨੀ ਕਿ ਬਾਣੀ ਦਾ ਰੂਪ ਹੋ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ। ਨਾ ਜਨਮ ਹੈ, ਨਾ ਫਿਰ ਉਹਨਾਂ ਦੀ ਮੌਤ ਹੈ। ਪੌੜੀ। ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ। ਧਨ ਸੰਪਤੀ ਮਾਇਆ, ਇਹਨਾਂ ਨੂੰ ਇਕੱਤਰ ਕਰਨਾ, ਵਰਤਣਾ। ਸੋ ਇਹ ਤਾਂ ਸਾਡੀ ਲੋੜ ਹੈ। ਗੱਲ ਹੈ ਇਕੱਤਰ ਕਰਨ ਦੀ। ਜਦੋਂ ਇਹ ਇਕੱਤਰ ਕਰਨ ਲੱਗ ਪੈਂਦਾ ਹੈ, ਕਹਿੰਦੇ ਜਦੋਂ ਅੰਤ ਸਮਾਂ ਆਉਂਦਾ ਹੈ, ਇਹੋ ਹੀ ਮਾਇਆ ਧਨ ਦੌਲਤ ਸੰਪਤੀ ਇਹਦੇ ਲਈ ਦੁਖਦਾਈ ਹੋ ਜਾਂਦੀ ਹੈ। ਧਨ ਸੰਪਤੀ ਕਈਆਂ ਵਾਸਤੇ ਦੁਖਦਾਈ, ਜਦੋਂ ਅੰਤ ਸਮਾਂ ਆਇਆ ਹੈ ਨਾ, ਅਤੇ ਉਹ ਬੜੇ ਰੋਲੇ ਨੇ, ਉਹਨਾਂ ਵਾਸਤੇ ਦੁਖਦਾਈ ਹੋ ਗਈ। ਮਹਾਰਾਜ ਦੀ ਬਾਣੀ ਪਹਿਲਾਂ ਹੀ ਇਹ ਵਚਨ ਕਰ ਰਹੀ ਹੈ। ਘਰ ਮੰਦਰ ਮਹਿਲ ਸਵਾਰੀਐ,
ਕਿਛ ਸਾਥ ਨਾ ਜਾਈ। ਸੋ ਭਾਈ ਤੂੰ ਆਪਣੇ ਘਰ ਨੂੰ, ਆਪਣੀਆਂ ਮਹਿਲਾਂ ਨੂੰ ਸਵਾਰਦਾ। ਘਰ ਸਧਾਰਨ ਘਰ ਜਿਹੜੇ ਹੁੰਦੇ ਆ, ਅਤੇ ਮੰਦਰ ਵਧੀਆ ਆਲੀਸ਼ਾਨ ਮਕਾਨ, ਉਹਨਾਂ ਨੂੰ ਮੰਦਰ ਕਹਿ ਦਿੱਤਾ। ਸੋ ਇਹਨਾਂ ਨੂੰ ਤੂੰ ਸਵਾਰਦਾ। ਬਾਦਸ਼ਾਹ ਕਹਿੰਦੇ ਮੰਦਰ ਮਹਿਲ ਸਵਾਰਦਾ। ਜਦੋਂ ਤੂੰ ਇੱਥੋਂ ਜਾਣਾ ਤੇਰੇ ਨਾਲ ਇਹਨਾਂ 'ਚੋਂ ਕੁਝ ਨਹੀਂ ਜਾਵੇਗਾ। ਖੰਡਰ ਬਣ ਜਾਂਦੇ ਨੇ, ਖੰਡਰ। ਜਰਾਸੰਧ ਰਾਜਾ ਐਡਾ ਵੱਡਾ ਹੋਇਆ, ਪਟਨਾ ਸਾਹਿਬ ਜਾਓ, ਉੱਥੇ ਰਾਜਗਿਰੀ ਪੈਂਦਾ, ਰਾਜਗਿਰੀ। ਜਰਾਸੰਧ ਦੇ ਮਹਿਲ ਦੇ ਖੰਡਰ ਅੱਜ ਤੱਕ ਮੌਜੂਦ ਹੈ। ਉਹ ਦੱਸਦੇ ਨੇ, ਕਹਿੰਦੇ ਜਰਾਸੰਧ ਦਾ ਕਿਲ੍ਹਾ ਹੁੰਦਾ ਸੀਗਾ। ਸੋ ਕਿਸੇ ਸਮੇਂ ਦਾ ਬੜਾ ਤਾਕਤਵਰ ਰਾਜਾ ਹੁੰਦਾ ਸੀਗਾ। ਰਾਵਣ ਦੀ ਲੰਕਾ ਕਿੱਥੇ ਆ, ਉਹ ਵੀ ਗਈ। ਇਸ ਕਰਕੇ ਬੜਿਆਂ ਰਾਜਿਆਂ ਦੇ ਕਿਲ੍ਹੇ ਨਹੀਂ ਰਹੇ, ਉਹਨਾਂ ਦੇ ਮਹਿਲ ਨਹੀਂ ਰਹੇ, ਤਾਂ ਛੋਟੇ ਛੋਟੇ ਘਰ ਕਿੱਥੋਂ ਰਹਿਣੇ। ਤਾਂ ਹਵਾ ਦਾ ਤੇਜ਼ ਬੁੱਲਾ ਚੱਲ ਜਾਵੇ ਤਾਂ ਉੜ ਜਾਂਦੇ ਨੇ, ਪਾਣੀ ਦੀਆਂ ਲਹਿਰਾਂ ਆ ਗਈਆਂ ਤਾਂ ਗਏ। ਇਹ ਨਹੀਂ ਰਹਿੰਦੇ। ਇਹ ਤਾਂ ਨਾ ਹਵਾ ਨਾ ਪਾਣੀ, ਕੁਝ ਵੀ ਨਾ ਚੱਲੇ, ਸਮੇਂ ਦੀ ਲਹਿਰ ਹੀ ਐਸੀ ਵਗਦੀ ਹੈ, ਅਤੇ ਖੰਡਰ ਬਣ ਜਾਂਦੇ ਨੇ। ਅਤੇ ਇਹਨਾਂ 'ਚੋਂ ਜਾਂਦਾ ਕੁਝ ਨਹੀਂ, ਸਭ ਕੁਝ ਇੱਥੇ ਹੀ ਰਹਿ ਜਾਂਦਾ। ਪਾਤਸ਼ਾਹ ਜਿਨ੍ਹਾਂ ਨੂੰ ਸਵਾਰਨ 'ਤੇ ਲੱਗਿਆ, ਹਿਰਦੇ ਘਰ ਨੂੰ ਸਵਾਰਨਾ ਸੀ, ਸਰੀਰ ਰੂਪ ਹਰਮੰਦਰ ਨੂੰ ਸਵਾਰਨਾ ਸੀ, ਉਹ ਤੂੰ ਸਵਾਰਿਆ ਨਹੀਂ। ਮਹਾਰਾਜ ਕਹਿੰਦਾ ਹਰਮੰਦਰ ਇਹ ਸਰੀਰ ਹੈ ਜਿੱਥੋਂ ਹਰ ਜਾਤਾ, ਇਹਨੂੰ ਸਵਾਰਿਆ ਨਹੀਂ। ਕਹਿੰਦੇ ਇਹ ਸਵਰਨਾ ਸੀ ਸੇਵਾ ਦੇ ਨਾਲ, ਸਿਮਰਨ ਦੇ ਨਾਲ। ਇਹਨੂੰ ਨਸ਼ਿਆਂ 'ਚ ਲਾ ਲਿਆ, ਭੈੜੇ ਕੰਮਾਂ 'ਚ ਲਾ ਲਿਆ, ਵਿਸ਼ੇ ਵਿਕਾਰਾਂ 'ਚ ਵਸਾ ਲਿਆ, ਗੰਦਗੀ ਦਾ ਕੀੜਾ ਬਣ ਕੇ ਲੱਗਾ ਰਿਹਾ। ਪਾਤਸ਼ਾਹ ਕਹਿੰਦੇ ਇਹਨੂੰ ਸਵਾਰ, ਜਿਹੜਾ ਮਹਿਲ ਤੈਨੂੰ ਰੱਬ ਨੇ ਬਣਾ ਕੇ ਦਿੱਤਾ। ਬੰਦਾ ਜਿਹੜਾ ਆਪ ਮਹਿਲ ਬਣਾਉਂਦਾ ਉਹਨੂੰ ਸਵਾਰਨ 'ਤੇ ਲੱਗਾ ਹੋਇਆ, ਜਿਹੜਾ ਰੱਬ ਨੇ ਮਹਿਲ ਬਣਾ ਕੇ ਦਿੱਤਾ ਉਹਨੂੰ ਨਹੀਂ ਸਵਾਰਦਾ। ਇਹਨੂੰ ਸਵਾਰ, ਕਿਉਂਕਿ ਜਿੰਨਾ ਚਿਰ ਦੇਹੀ ਨਹੀਂ ਸਵਾਰਦਾ ਉਨਾ ਚਿਰ ਹਿਰਦਾ ਨਹੀਂ ਸਵਰੇਗਾ। ਦੇਖਣਾ, ਸੁਣਨਾ, ਬੋਲਣਾ, ਖਾਣਾ, ਪੀਣਾ ਇਹ ਸੰਜਮ ਦਾ ਹੋਵੇ, ਦੇਹੀ ਸਵਰੀ ਜਾਣੀ, ਫਿਰ ਹਿਰਦਾ ਵੀ ਸਵਰਿਆ ਜਾਣਾ। ਪਾਤਸ਼ਾਹ ਕਹਿੰਦੇ ਇਹਨੂੰ ਸਵਾਰ, ਇਹਨੂੰ ਸਵਾਰਿਆ ਨਹੀਂ। ਕਹਿੰਦੇ ਜਿਹਨੂੰ ਸਵਾਰਨ 'ਤੇ ਲੱਗਾ ਰਿਹਾ ਉਹ ਕੁਝ ਨਹੀਂ ਜਾਂਦਾ, ਨਾਲ ਹੀ ਨਹੀਂ ਜਾਂਦਾ। ਹਰ ਰੰਗੀ ਤੁਰੇ ਨਿਤ ਪਾਲੀਆ, ਕਿਤੈ ਕਾਮ ਨਾ ਆਈ। ਰਾਜਿਆਂ ਮਹਾਰਾਜ ਨੂੰ ਬੜਾ ਸ਼ੌਂਕ ਹੁੰਦਾ ਸੀਗਾ, ਕਿਉਂਕਿ ਪੈਸਾ ਖੁੱਲ੍ਹਾ। ਹਰ ਰੰਗੀ ਤੁਰੇ, ਤੁਰੇ ਘੋੜਿਆਂ ਨੂੰ ਕਿਹਾ ਜਾਂਦਾ ਹੈ। ਹਰ ਰੰਗੀ, ਹਰ ਇੱਕ ਨਸਲ ਦਾ ਘੋੜਾ। ਵੀ ਉਹ ਸੌਦਾਗਰ ਨੇ ਆਣ ਕੇ ਸਿਫਤ ਕਰ ਦੇਣੀ। ਇਵੇਂ ਹੀ ਹੈ ਜਿੱਦਾਂ ਸੋ ਆਪਾਂ ਸਮਾਨ ਲੈਣ ਜਾਂਦੇ ਹਾਂ, ਅਤੇ ਇੱਥੇ ਤਾਂ ਜਿੱਦਾਂ ਆਪਾਂ ਚਲੋ ਚੀਜ਼ ਦੇਖੀ ਸਟੋਰਾਂ ਤੋਂ ਵੀ ਆਹ ਕੋਈ ਨਹੀਂ ਸਿਫਤ ਕਰਨੇ ਵਾਲਾ, ਉਹਦੀ ਸਾਨੂੰ ਪਤਾ ਵੀ ਹਾਂ ਆਪਾਂ ਸਾਡੇ ਲਈ ਚੰਗੀ ਜਾਂ ਮਾੜੀ। ਹੁਣ ਜੇ ਕੋਈ ਦੁਕਾਨਦਾਰ ਵੇਚਣੇ ਵਾਲਾ ਨਾ, ਸੋ ਉਹ ਸਮਾਨ ਤਦੇ ਹੀ ਵੇਚ ਸਕਦਾ ਜੇ ਆਪਣੇ ਸਮਾਨ ਦੀ ਸਿਫਤ ਕਰੇਗਾ, ਗਾਹਕ ਨੂੰ ਆਪਣੇ ਵੱਲ ਨੂੰ ਖਿੱਚੇਗਾ, ਆਪਣੀਆਂ ਗੱਲਾਂ 'ਚ ਲਵੇਗਾ, ਫਿਰ ਹੀ ਸੋ ਉਹ ਲਵੇਗਾ। ਇਸੇ ਤਰ੍ਹਾਂ ਜਿਹੜੇ ਸੌਦਾਗਰ ਹੁੰਦੇ ਸੀ ਨਾ ਘੋੜਿਆਂ ਵਾਲੇ, ਉਹ ਰਾਜਿਆਂ ਮਹਾਰਾਜਿਆਂ ਨੂੰ ਮਿਲਦੇ ਹੁੰਦੇ ਸੀ। ਫਿਰ ਉਹਨਾਂ ਨੂੰ ਕਹਿਣਾ ਵੀ ਹੁਣ ਇਸ ਨਸਲ ਦਾ ਘੋੜਾ ਲਿਆਂਦਾ, ਤੁਸੀਂ ਆਹ ਵੇਖੋ ਜੀ, ਇਹਦੇ ਸਿਫਤਾਂ ਦੱਸੂਗਾ। ਸੋ ਉਹ ਫਿਰ ਰਾਜੇ ਜੋ ਵੀ ਇੱਦਾਂ ਨਸਲੀ ਘੋੜੇ ਹੁੰਦੇ ਸੀ ਨਾ, ਚੰਗੀ ਨਸਲ ਦੇ, ਅਤੇ ਉਹਨਾਂ ਨੂੰ ਲੈਂਦੇ ਸੀ, ਉਹਨਾਂ ਨੂੰ ਸਵਾਰ ਕੇ ਰੱਖਦੇ ਸੀਗੇ। ਇੱਥੇ ਉਹਨਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ, ਕਹਿੰਦੇ ਹਰ ਰੰਗੀ ਤੁਰੇ। ਸੋ ਇਹ ਜਿਹੜੇ ਹਰ ਇੱਕ ਨਸਲ ਦਾ ਘੋੜਾ ਤੂੰ ਲਿਆ, ਨਿਤ ਪਾਲੀ ਹੈ, ਉਹਨੂੰ ਉਹਦੀ ਪਾਲਣ ਪੋਸ਼ਣ ਕੀਤੀ, ਕਿਤੇ ਕਾਮ ਨਾ ਕਿਸੇ ਕੰਮ ਨਹੀਂ ਆਏ ਤੇਰੇ, ਉਹ ਸਮਾਂ ਸਾਰਾ ਬਰਬਾਦ ਹੀ ਗਿਆ। ਸਭ ਤੋਂ ਚੰਗੀ ਨਸਲ ਆ ਇਨਸਾਨ ਦੀ ਪ੍ਰਮਾਤਮਾ ਨੇ ਤੈਨੂੰ ਦਿੱਤੀ ਹੋਈ ਹੈ। ਦੇਹੀ ਨੂੰ ਵੀ ਤਾਂ ਘੋੜੀ ਕਿਹਾ ਹੋਇਆ, ਬਾਣੀ ਦੇ ਵਿੱਚ ਦੇਹੀ ਜਿਹੜੀ ਸਵਾਰੀ ਹੈ, ਇਹਦੇ ਨਾਲ ਹੀ ਅਸੀਂ ਸੰਸਾਰ 'ਚ ਸਫ਼ਰ ਕਰਦੇ ਹਾਂ। ਹੁਣ ਇਹ ਨਾ ਹੋਵੇ, ਕੌਣ ਕਿਸੇ ਦੀ ਮਾਂ, ਕੌਣ ਕਿਸੇ ਦਾ ਬਾਪ, ਅਤੇ ਕੌਣ ਕਿਸੇ ਦਾ ਧੀ ਪੁੱਤ, ਅਤੇ ਕੌਣ ਹੈ, ਕੀ ਰਿਸ਼ਤਾ ਜੀ? ਦੇਹੀ ਦਾ ਰਿਸ਼ਤਾ ਹੈ। ਇਹ ਮਤਲਬ ਦੇਹੀ ਕਰਕੇ ਸਫ਼ਰ ਹੋ ਰਿਹਾ ਸਾਡਾ ਸੰਸਾਰ ਦੇ ਵਿੱਚ, ਅਤੇ ਇਹ ਸਵਾਰੀ ਹੈ, ਇਹਨੂੰ ਸਵਾਰਿਆ ਨਹੀਂ। ਜਿਹਨੂੰ ਸਵਾਰਨਾ ਸੀ, ਜੋ ਸਵਾਰੀ ਸੀ, ਉਹਨੂੰ ਸਵਾਰਿਆ ਨਹੀਂ। ਸੋ ਜਿਹੜੇ ਆ ਜਾਨਵਰਾਂ ਦੀਆਂ ਨਸਲਾਂ ਸੀ, ਕਹਿੰਦੇ ਉਹ ਸਵਾਰਨ ਲੱਗ ਪਿਆ। ਹੁਣ ਜਿਵੇਂ ਅੱਜ ਕੱਲ੍ਹ ਸੋ ਗੱਡੀਆਂ ਮੋਟਰਾਂ, ਇਹਨਾਂ ਨੂੰ ਸਵਾਰਨ 'ਤੇ ਲੱਗਾ ਹੋਇਆ, ਇਹਨਾਂ 'ਚ ਚਿੱਤ ਲਾ ਲਿਆ। ਜਿਹੜੀ ਅਸਲ ਸਵਾਰੀ ਹੈ, ਜਿਹਦੇ ਨਾਲ ਸੰਸਾਰ 'ਚ ਤੂੰ ਸਫ਼ਰ ਕਰਦਾ ਪਿਆ, ਉਹਨੂੰ ਸਵਾਰਦਾ ਨਹੀਂ। ਅਸਲ ਸਵਾਰੀ ਜਦੋਂ ਖਤਮ ਹੋ ਗਈ, ਡਿੱਗ ਗਈ,
ਜਿਹੜੀਆਂ ਤੇਰੀਆਂ ਸਵਾਰੀਆਂ ਬਣਾਈਆਂ ਇੱਥੇ ਹੀ ਰਹਿ ਜਾਣੀਆਂ, ਕਿਹਨੇ ਪੁੱਛਣਾ। ਪਾਤਸ਼ਾਹ ਕਹਿੰਦੇ ਹਰ ਇੱਕ ਨਸਲ ਦੇ ਘੋੜੇ ਤੂੰ ਲੇਨਾ ਪਾਲਦਾ, ਕਿਤੇ ਕਾਮ ਨਾ ਆਈ ਅੰਤ ਸਮਾਂ ਆਉਣਾ, ਇਹਨਾਂ ਘੋੜਿਆਂ ਨੇ ਤੇਰੇ ਕੰਮ ਨਹੀਂ ਆਉਣਾ। ਜਨ ਲਾਭ ਚਿਤ ਹਰ ਨਾਮ ਸਿਉ, ਅੰਤ ਹੋਏ ਸਖਾਈ। ਜਨ ਉਹ ਹੈ, ਸੇਵਾਦਾਰ ਉਹ ਹੈ ਜਿਹੜਾ ਨਾਮ ਦੇ ਵਿੱਚ ਚਿੱਤ ਲਾਉਂਦਾ ਹੈ, ਕਿਉਂਕਿ ਉਹਨੂੰ ਪਤਾ ਵੀ ਜਦੋਂ ਅੰਤ ਸਮਾਂ ਆਉਣਾ ਨਾਮ ਨੇ ਹੀ ਮੇਰੀ ਸਹਾਇਤਾ ਕਰਨੀ ਹੈ। ਦੁਨਿਆਵੀ ਦਾਤਾਂ, ਸੋ ਖਾਣਾ ਪੀਣਾ, ਲੀੜਾ ਕੱਪੜਾ, ਧਨ ਦੌਲਤ, ਘਰ ਮੰਦਰ, ਸਵਾਰੀਆਂ, ਇਹਨਾਂ 'ਚ ਚਿੱਤ ਨਹੀਂ ਲਾਉਂਦਾ, ਕਿਉਂਕਿ ਗਿਆਨ ਹੋ ਗਿਆ ਨਾ, ਉਹਨੂੰ ਗਿਆਨ ਹੋ ਗਿਆ। ਉਹੀ ਤਾਂ ਜਾਣੇ ਜਿਹਨੂੰ ਚੀਜ਼ ਦਾ ਗਿਆਨ ਹੋ ਗਿਆ। ਉਹ ਚਿੱਤ ਕਿੱਥੇ ਲਾਉਂਦਾ, ਕਹਿੰਦੇ ਹਰਨਾਮ ਦੇ ਨਾਲ। ਅਤੇ ਉਹਨੂੰ ਪਤਾ ਵੀ ਇਹਨੇ ਸਹਾਈ ਹੋਣਾ, ਸੱਚ ਵਿੱਚ ਨਾਮ ਸਖਾਈ ਹੁੰਦਾ, ਅੰਤ ਵੇਲਾ ਵੀ ਹੁੰਦਾ, ਅਤੇ ਜਿੱਥੇ ਪਹੁੰਚਣਾ ਉੱਥੇ ਵੀ ਸਹਾਇਤਾ ਕਰਦਾ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਸੁਖ ਪਾਈ। ਜਿਹੜੇ ਜਨ ਨੇ ਉਹ ਗੁਰੂ ਦੁਆਰਾ ਨਾਮ ਧਿਆਉਂਦੇ ਨੇ, ਜਿਹਦੇ ਕਰਕੇ ਇਹ ਸੰਸਾਰ ਜਿਹੜਾ ਨਿਰਾ ਦੁੱਖਾਂ ਦਾ ਘਰ ਹੈ, ਅੱਗ ਦਾ ਗੋਲਾ ਹੈ, ਜਿੱਥੇ ਸੁੱਖ ਹੈ ਹੀ ਕੋਈ ਨਹੀਂ। ਬੜੇ ਬੜੇ ਰਾਜੇ ਮਹਾਰਾਜੇ ਵੀ ਦੁਖੀ ਨੇ, ਬਿਲਕਦੇ ਨੇ, ਧਾਹਾਂ ਮਾਰਦੇ ਨੇ। ਪਰ ਜਿਹੜਾ ਜਨ ਹੈ ਉਹ ਨਾਮ ਨੂੰ ਧਿਆ ਕੇ ਇਸ ਸੰਸਾਰ ਦੇ ਵਿੱਚ ਵੀ ਸੁਖੀ ਰਹਿੰਦਾ ਹੈ, ਪਰ ਗੁਰੂ ਦੁਆਰਾ। ਗੁਰੂ ਨੂੰ ਨਹੀਂ ਅੱਡ ਕਰਦਾ। ਗੁਰੂ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ, ਗੁਰੂ ਤੋਂ ਬਿਨਾਂ ਸੇਵਾ ਨਹੀਂ ਕੀਤੀ ਜਾਂਦੀ, ਗੁਰੂ ਤੋਂ ਬਿਨਾਂ ਅਕਲ ਨਹੀਂ ਆਉਂਦੀ ਹੈ, ਅੰਨੇ ਹੀ ਰਹਿੰਦੇ ਆ। ਸੋ ਇਸ ਕਰਕੇ ਗੁਰੂ ਦਾ ਸਾਥ ਨਹੀਂ ਕਦੀ ਛੱਡਦਾ ਜਿਹੜਾ ਜਨ ਹੁੰਦਾ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੰ ਤੂੰ ਮਨ ਮੇਰੇ, ਦੁਖ ਸਭ ਮਿਸਾਰਣਾ। ਅੰਗੀਕਾਰੁ ਕਰੇ ਤੇਰਾ ਕਰ, ਸਭ ਸੰਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੀ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਟਾਂ, ਜਿਸ ਦੀਆਂ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰਤਾਰੀਆਂ। ਪੰਜ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ, ਨਾਮ ਹਰ ਕੇ ਲਾਗੇ। ਕਹੈ ਨਾਨਕ ਤੈਸ ਕੋ ਹੋਆ, ਤਿਤ ਕਰ ਅਨਹਦ ਵਾਂਝੇ। ਅਨ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਬਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ, ਪਵਿੱਤ ਸਤਿਗੁਰ ਹੈ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ, ਤੇਰੀ ਕਿਰਪਾ ਸੁਖ ਕਲੇਸ਼। ਕੋਇ ਨ ਜਾਣੇ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ।
सगल समग्री तुमरे सूत्र तारी, तुम ते होए सो आज्ञाकारी। तुमरी गत मित तुम ही जानी, नानक दास कुर्बानी। बोलो जी वाह जी वाह। अरदास एक ओंकार वाहिगुरू जी की फतेह। श्री गुरु जी की सहाय। वार श्री गुरु गोबिंद जी की पातशाही की दसवीं प्रथम श्री राम रंगत गोते अमरदास रामदास स्वयं सहाय आदि हर गोविंद मुसलिम श्री हरराय। श्री हर कृष्ण की आज्ञा जिते सब कुछ जाए। एक बहादुर से मेरे अंतर नाम साफ भाई में सहाय श्री गुरु गोबिंद सिंह साहब जी महाराज दसम पातशाह ने जो श्री गुरु ग्रंथ साहिब जी के पाठ दर्शन की गाते जाते अंतर खालसा जी बोलो जी वाहिगुरू। पंजाब प्यारे में चौसठ जात में जिन्हें तेरा नाम जिप्या मन शिक्षा दीप जलाई तेर वाहिगुरू राम जिन्हें प्यारे में सच्चाई बोलो जी वाहिगुरू। जिन्हें सिंघां सिंघियां कर बैठी मन मन खवाए गुरुद्वारे सेवा में कुर्बानी बिना सोची धन कमाई का ध्यान खालसा जी बोलो जी वाहिगुरू। वाहिगुरू। खालसा जी की अरदास खालसा जी को वाहिगुरू 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 नाम जिते आप सरकार सब सुख होवे जा जा खालसा जी साथ प्राण रखिया गया। देख देख फतेह मृत की कैद पंथ की सहज साई। खालसा जी के बोल वाले बोलो जी वाहिगुरू। सिखां बख्शे सिखी दान के इस्लाम है दान के दान साथ दाना सिरदान नाम नाम श्री अमृतसर साहिब जी के दर्शन शिवा चौकियां चंगे होंगे बोलो जी वाहिगुरू। सिखां दा मगरी मोहम्मद जीवन पाठी राखी महाराज जी आप जी के अवतार वेद पद सत्यान मेरे विद्वान सजे जोड़ अंदर नितनेम दियां बाणियां दी जाप आशा की लाल जी की शक्ति विचार अनसर की शीतल लाज पानी के मन पर पानी का महात्मा ने सबको तेल बलवान बात पक्षियां का रात शब्द की कमाई कई पाप ससुर का नाम सीध प्रशासन पंच वक्ते जो शिक्षा तमाम के जिम पावन हुक्म बख्शो सतनाम विभाग सिंह प्यारी जनाब का नाम जिते आवे नानक नाम चढ़दी कला तेरे भाणे सरबत दा भला। वाहिगुरू जी का खालसा वाहिगुरू जी की फतेह। रागी आपे ये काल की तभी चलायो पंथ सिख संतो हुक्म है गुरु मान्यो ग्रंथ। ग्रंथ जी मानियो प्रगट गुरां की दे प्रभु मन वो चाहे खोज शब्द मैले। राजपुरी का खालसा आकी रहे न कोय और हुए सब मिलेंगे बचे शरण जो होए। नाम जहाज है चढ़े सोतरे पार जदरा कर से उन्हें गुर पार उतारन हार। राजा के हाथ में कलगी सोए शीस हरी रक्षा करे गुर कलगी तर जगदीश। बोले सो निहाल सत श्री अकाल। जी का खालसा वाहिगुरू जी की फतेह। सतनाम श्री वाहिगुरू जीओ। तुर की बाणी आई तिन सगली चिंत मिटाई। दयाल पुरख मेहरबाना हर नानक साच बखाना। सो काहु टल गुरु सेविया अहनस सहज सुभाए। दर्शन परसिया गुरु का जन्म मरण दुख जाय।
ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀ। ਬਿਲਾਵਲ ਮਹੱਲਾ ਪੰਜਵਾ। ਤੁਮ ਸਮਰਥਾ ਕਾਰਨ ਕਰਨ, ਢਾਕਨ ਢਾਕ ਗੋਬਿੰਦ ਗੁਰ ਮੇਰੇ। ਮੋਹਿ ਅਪਰਾਧੀ ਸ਼ਰਨ ਚਰਨ, ਤੁਮ ਸਮਰਥਾ ਕਾਰਨ ਕਰਨ। ਢਾਕਨ ਢਾਕ ਗੋਬਿੰਦ ਗੁਰ ਮੇਰੇ। ਮੋਹ ਅਪਰਾਧੀ ਸ਼ਰਨ ਚਰਨ ਰਹਾਉ। ਜੋ ਜੋ ਕੀਨੋ ਸੋ ਤੁਮ ਜਾਣਿਓ, ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ। ਬੜ ਪ੍ਰਤਾਪ ਸੁਨਿਓ ਪ੍ਰਭ ਤੁਮਰੋ, ਕੋਟ ਅਘਾ ਤੇਰੋ ਨਾਮ ਹਰਨ। ਹਮਰੋ ਸਹਾਉ ਸਦਾ ਸਦ ਭੁਲਨ, ਤੁਮਰੋ ਬਿਰਦ ਪਤਿਤ ਉਦਰਨ। ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਹਮਰੋ ਸਹਾਉ ਸਦਾ ਸਦ ਭੁਲਨ, ਤੁਮਰੋ ਬਿਰਦ ਪਤਿਤ ਉਦਰਨ। ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।